जिथे रजवा टुकड़ ना जुड़े भुखे सौण मजदूर उस बस्ती दे हाकम कुत्ते उस बस्ती दे हाकम सूर। बाबा नज़मी दियां सतरां ने ते समय दियां सरकारां नूं लानतां पाईयां ने बाबा नज़मी ने, पर ਸਿੰਘੂ मोर्चे ਦੇ ਉੱਤੇ ਜੇ ਅਸੀਂ ਵੇਖੀਏ ਤਾਂ ਸਾਨੂੰ ਸਰਕਾਰਾਂ ਦੇ ਰਹਿਮੋ ਕਰਮ ਦੀ ਲੋੜ ਨਹੀਂ। खेती कानून रद्द करवाना किसानों का मकसद है, पर किसान जिहड़ा अनाज उगाउंदा है वो अपने नाल नाल लोकां दा भी ढिड भरदा है। पर अज धर्मां ते जातां दी लड़ाई तो उपर उठ के धर्मां दी लड़ाई भुल के अज गैर धर्मां दे लोग मुस्लिम धर्म हिंदू धर्म ईसाई सारे धर्म इकट्ठे हो चुके ने। ਸਿੰਘੂ बॉर्डर ते मुस्लिम भाईचारे दे वल्लों वड्डी पद्धर ते जिहड़ी लंगर दी सेवा है वो कीती जा रही है। किसानां दा समर्थन करन लई मलेरकोटला तो मुस्लिम भाईचारे दे जिहड़े लोग ने आए हुए ने, इन्हां दे नाल गलबात करांगे। मैम की नाम है तुहाडा? मिसबा मिसबा कदों आए हो? जी ਅਸੀਂ ਰਾਤ ਚੱਲੇ ਸੀ ਤੇ ਸਵੇਰੇ ਹੀ ਪਹੁੰਚੇ ਆ ਉਰੇ कित्थों आए? ਮਲੇਰਕੋਟਲੇ ਤੋਂ। अच्छा मलेरकोटला तो तुसी आए हो ते मलेरकोटला दे नाल पंजाब दी बड़ी सांझ रही है। ਜਿਹੜੇ नवाब ने मलेरकोटला दे सिख धर्म दे नाल खास तौर ते बहुत सांझ रही है ते खास तौर ते हरमंदर साहब दी जिहड़ी नींह है साईं मियां मीर ने रखी है। और बिल्कुल ये सानू धर्मां दे जिहड़े संदेश ने ये दिता है साडे गुरुआं ने कि सब इकट्ठे ने ते अज तुसी किसानां दे हक दे विच इत्थे लंगर लगाया होया है। ਹਾਂਜੀ ਜੀ ਬਿਲਕੁਲ, ਕਿਉਂਕਿ ਅਸੀਂ ਸਾਰੇ ਇਕੱਠੇ ਆ। ਜੇ ਉਹ ਕਿਸਾਨ ਨਹੀਂ ਹੋਣਗੇ ਤਾਂ ਅਸੀਂ ਵੀ ਨਹੀਂ ਹੋਵਾਂਗੇ, ਅਸੀਂ ਕਿੱਥੋਂ ਖਾਵਾਂਗੇ। ਤਾਂ ਕਰਕੇ ਅਸੀਂ ਕਿਸਾਨਾਂ ਦੇ ਨਾਲ ਆ। बिल्कुल तुहाडा जज्बा है। और तुहाडा नाम की है? यासर। ਤੁਸੀਂ ਬੱਚੇ ਹੋ ਔਰ ਤੁਸੀਂ ਖੇਤੀ ਕਾਨੂੰਨਾਂ ਨੂੰ ਸਮਝ ਰਹੇ ਹੋ ਔਰ ਕਿਸਾਨਾਂ ਦੇ ਦਰਦ ਨੂੰ ਸਮਝ ਰਹੇ ਹੋ। ਤੁਸੀਂ ਕਿਸਾਨਾਂ ਦੇ ਸਮਰਥਨ ਜਿੱਥੇ ਆਏ ਹੋ। हाँ जी। ਕੀ ਵਰਤਾਇਆ ਜਾ ਰਿਹਾ ਲੰਗਰ ਦੇ ਵਿੱਚ? लंगर च मिठे चौल ने, नमकीन चौल ने जी, बाकी चाह भी है जी। ਖਾਸ ਤੌਰ ਤੇ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਤੁਹਾਡੇ ਵੱਲੋਂ ਵੱਡੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ, ਪਰ ਕੁਝ ਖਬਰਾਂ ਉੜਦੀਆਂ ਨੇ ਜਿੱਥੇ ਧਰਮਾਂ ਦੀ ਰੰਗਤ ਦਿੱਤੀ ਜਾ ਰਹੀ ਹੈ। ਇਸ ਅੰਦੋਲਨ ਨੂੰ ਫਿਰਕੂ ਪ੍ਰਸਤ ਅੰਦੋਲਨ ਦੀ ਜਿਹੜੀ ਰੰਗਤ ਹੈ ਦਿੱਤੀ ਜਾ ਰਹੀ ਹੈ। ਖਾਸ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਹੀਨ ਬਾਗ ਤੋਂ ਜਿਹੜਾ ਪ੍ਰੇਰਿਤ ਹੈ ਇਹ ਧਰਨਾ, ਜਿਵੇਂ ਕਿ ਬਿਰਿਆਨੀ ਦੀ ਜੇ ਗੱਲ ਕਰ ਲਈਏ ਮੁਸਲਿਮ ਭਾਈਚਾਰੇ ਦੇ ਵੱਲੋਂ ਵੱਡੇ ਪੱਧਰ ਤੇ ਵਰਤਾਈ ਜਾ ਰਹੀ ਹੈ, ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੋ ਇਸ ਮਿਲਵਰਤਨ ਦੀ ਭਾਵਨਾ ਨੂੰ ਫਿਰਕੂ ਪ੍ਰਸਤੀ ਦਾ ਨਾਮ ਦੇ ਰਹੇ ਨੇ? ਇਹ ਸਾਡੇ ਭਾਈਚਾਰੇ ਦੀ ਤਰਫ ਤੋਂ ਜਿਹੜਾ ਲੰਗਰ ਹੈ ਚਲਾਇਆ ਗਿਆ ਮਿੱਠੇ ਚੌਲ ਤੇ ਨਮਕੀਨ ਚੌਲ, ਤੇ ਸਵੇਰ ਨੂੰ ਅਸੀਂ ਚਾਹ ਨਾਸ਼ਤਾ ਵੀ ਚਲਾ ਰਹੇ ਹਾਂ। ਤੇ ਜਿਹੜੇ ਧਰਮ ਦੀ ਇਹ ਗੱਲ ਕਰਦੇ ਇੱਥੇ ਕੋਈ ਧਰਮ ਨਹੀਂ ਹੈਗਾ, ਇੱਥੇ ਸਾਰਾ ਜਿਹੜਾ ਇਨਸਾਨੀਅਤ ਦੇ ਨਾਤੇ ਆਏ ਆ। ਕਿਸਾਨ ਹੈ ਸਾਰਾ, ਅਸਲ ਤੋਂ ਕਿਸਾਨ ਤੋਂ ਪਹਿਲਾਂ ਇਨਸਾਨ ਹੈ। ਕੋਈ ਮੁਸਲਮਾਨ ਨਹੀਂ, ਕੋਈ ਹਿੰਦੂ ਨਹੀਂ ਉਰੇ। ਸਾਡਾ ਜਿਹੜਾ ਭਾਈਚਾਰਾ ਇਨਸਾਨ ਅਸਲ ਇਨਸਾਨ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ ਉਰੇ। ਜੇ ਧਰਮਾਂ ਦੇ ਦੇਖੀਏ ਧਰਮਾਂ ਦੀ ਲੜਾਈ ਕਰੋ, ਜਿਹੜੇ ਇਹ ਕਹਿੰਦੇ ਨੇ ਵੀ ਧਰਮਾਂ ਤਾਂ, ਲੇਕਿਨ ਧਰਮ ਤੇ ਕੋਈ ਨਹੀਂ ਉਰੇ ਆਇਆ, ਸਿਰਫ ਕਿਸਾਨ ਕਰਕੇ ਆਏ ਅਸੀਂ। ਜੇ ਕਿਸਾਨ ਆ ਤਾਂ ਮਜ਼ਦੂਰ ਹੈ, ਮਜ਼ਦੂਰ ਗਰੀਬ ਵੀ ਕਿਸਾਨ ਨਾਲ ਹੀ ਹੈ ਜਿਹੜਾ ਵੀ ਹੈ। ਕਿਸਾਨ ਤੋਂ ਇਲਾਵਾ ਹਿੰਦੁਸਤਾਨ 'ਚ ਦੇਖੀਏ ਇੰਡੀਅਨ ਦੇ ਵਿੱਚ ਜੇ ਕਿਸਾਨ ਆ ਤਾਂ ਅਸੀਂ ਖਾਣਾ ਖਾਵਾਂਗੇ, ਨਹੀਂ ਕੁਛ ਨਹੀਂ ਹੈਗਾ ਕਾਰੋਬਾਰ। ਕੋਈ ਕਿਸਾਨ ਤੋਂ ਇਲਾਵਾ ਕੋਈ ਕਾਰੋਬਾਰ ਨਹੀਂ ਚੱਲ ਸਕਦਾ। ਤੁਸੀਂ ਕਿਸਾਨ ਨਹੀਂ ਹੋ ਪਰ ਫਿਰ ਵੀ ਤੁਸੀਂ ਕਿਸਾਨੀ ਦਾ ਦਰਦ ਸਮਝ ਰਹੇ ਹੋ, ਤੇ ਇਹ ਦਰਦ ਮੋਦੀ ਸਰਕਾਰ ਨੂੰ ਕਿਉਂ ਨਹੀਂ ਸਮਝ ਆ ਰਿਹਾ? ਇਹ ਉਹਨਾਂ ਨੂੰ ਚਾਹੀਦਾ ਹੀ, ਦੇਖੋ ਉਹਨਾਂ ਦਾ ਇਹ ਮਕਸਦ ਹੈ ਵੀ ਜਿਹੜੀਆਂ ਇਹ ਵੀ ਆਪਸ ਵਿੱਚ ਜਿਹੜੇ ਭਾਈਚਾਰਾ ਵੀ ਇਹ ਇਕੱਠਾ ਨਾ ਹੋਵੇ, ਵੀ ਇਹਨਾਂ ਨੂੰ ਆਪਸ ਵਿੱਚ ਲੜਾਇਆ ਜਾਵੇ। ਜਿਹੜਾ ਮੋਦੀ ਦਾ ਇਹਨਾਂ ਦਾ RSS ਦਾ ਇੱਕ ਮਕਸਦ ਹੈ, ਇਹੀ ਚੱਲਦਾ ਆਇਆ ਸ਼ੁਰੂ ਤੋਂ। ਕੋਈ ਇਹਨਾਂ ਦੇ ਆਜ਼ਾਦੀ ਦੀ ਲੜਾਈ ਨਹੀਂ ਲੜੀ। ਦੇਖੋ ਜਿਹੜਾ ਲੜੀ ਆਜ਼ਾਦੀ ਲੜਾਈ ਸਿਰਫ ਹਿੰਦੂ ਮੁਸਲਮਾਨ ਸਿੱਖ ਭਾਈ ਨੇ ਲੜੀ ਹੈ, ਲੇਕਿਨ RSS ਵਾਲਿਆਂ ਦੇ ਕਦੇ ਮੂਹਰੇ ਆਏ ਨਹੀਂ ਹੈਗੇ। ਸ਼ੁਰੂ ਤੋਂ ਹੀ ਅਸੀਂ ਲੜਦੇ ਆਏ, ਜਿਹੜਾ ਭਾਈਚਾਰਾ ਇਕੱਠੇ ਹੋ ਗਏ। ਆਜ਼ਾਦੀ ਦੀ ਲੜਾਈ ਜਿਹੜੀ ਵੀ ਲੜੀ ਹੈ ਅੰਗਰੇਜ਼ਾਂ ਦੇ ਟਾਈਮ 'ਚ ਅਸੀਂ ਮੂਹਰੇ ਰਹੇ ਹਾਂ, ਸਾਰੇ ਭਾਈਚਾਰਾ ਇਕੱਠਾ। ਤੇ ਹੁਣ ਵੀ ਇਨਸ਼ਾਅੱਲਾ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਸੀਂ ਕਿਸਾਨ ਭਾਈਆਂ ਨਾਲ। ਤੁਹਾਡੇ ਤੋਂ ਜਾਨਣਾ ਚਾਹਾਂਗੀ ਸਰ, ਕੀ ਨਾਮ ਹੈ ਤੁਹਾਡਾ? मोहम्मद हनीफ है जी। ਬੜੀ ਖੂਬਸੂਰਤ ਤੁਹਾਡੀ ਮੁਸਕਰਾਹਟ ਹੈ ਔਰ ਤੁਸੀਂ ਪਿਆਰ ਮੁਹੱਬਤ ਦੇ ਜਿਹੜੀਆਂ ਇਹ ਸੇਵੀਆਂ ਪਰੋਸ ਰਹੇ ਹੋ ਕਿਸਾਨਾਂ ਦੇ ਲਈ। ਔਰ ਅੱਜ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਇਸ ਅੰਦੋਲਨ ਦਾ ਹਿੱਸਾ ਬਣ ਚੁੱਕੇ ਨੇ। ਔਰ ਤੁਹਾਡਾ ਕੀ ਕਹਿਣਾ ਹੈ ਇਸ ਅੰਦੋਲਨ ਦੇ ਲਈ, ਕਿਸਾਨਾਂ ਦੇ ਲਈ ਕੀ ਕਹਿਣਾ ਚਾਹੋਗੇ? ਕੋਈ ਕਿਸਾਨਾਂ ਦੇ ਨਾਲ ਖੜੇ ਆ ਜੀ, ਮੋਢੇ ਨਾਲ ਮੋਢਾ। ਸਾਡਾ ਕਿਸਾਨੀ ਨਾਲ ਕੋਈ ਸੰਬੰਧ ਨਹੀਂ ਹੈਗਾ, ਫਿਰ ਵੀ ਅਸੀਂ ਕਿਸਾਨਾਂ ਦੇ ਕਰਕੇ ਰਾਤੀ 12 ਵਜੇ ਇੱਥੇ ਪਹੁੰਚ ਗਏ ਜੀ। ਕੱਲ ਤੱਕ ਰਹਾਂਗੇ ਜੀ। ਹਾਂਜੀ। ਤੇ ਕਿੰਨੇ ਮੈਂਬਰ ਨੇ ਤੁਹਾਡੀ ਫੈਮਿਲੀ ਦੇ? ਸਾਰੀ ਫੈਮਿਲੀ? ਸਾਰੀ ਫੈਮਿਲੀ ਆਈ ਹੈ ਜੀ। 3 ਬੇਟੀਆਂ ਨੇ, 1 ਬੇਟਾ ਜੀ। ਮੈਂ ਵਾਈਫ ਹੈ ਮੇਰੀ, ਮੈਂ ਖੁਦ ਨਾਲ ਆਇਆ ਜੀ। ਹਾਂਜੀ। ਕੇਂਦਰ ਸਰਕਾਰ ਦੀ ਲਗਾਤਾਰ ਕਿਸਾਨਾਂ ਦੇ ਨਾਲ ਮੀਟਿੰਗ ਹੋ ਰਹੀ ਹੈ, ਜਿੱਦਾਂ ਤੁਹਾਨੂੰ ਪਤਾ ਹੈ ਕਿ 26 ਲਾਰੇ ਲਗਾ ਰਹੇ ਨੇ ਜੀ, ਲਗਾਤਾਰ ਲਾਰੇ ਲਗਾ ਰਹੇ ਨੇ ਕਿਸਾਨਾਂ ਨੂੰ ਜੀ। ਔਰ ਇਸ ਟਾਈਮ ਹਾਲਾਤ ਜੋ ਬਣੇ ਹੋਏ ਨੇ ਕਰੋ ਜਾਂ ਮਰੋ ਦੀ ਸਥਿਤੀ ਬਣੀ ਹੋਈ ਹੈ। ਬਿਲਕੁਲ ਜੀ, ਪਿੱਛੇ ਨਹੀਂ ਹਟਾਂਗੇ ਜੀ ਬਿਲਕੁਲ ਵੀ। ਕਿਸਾਨਾਂ ਦੇ ਨਾਲ ਤੁਸੀਂ ਹਰ ਮੋੜ ਤੇ ਦੇ ਨਾਲ ਖੜੇ ਆ ਜੀ।
ਸਾਰੇ ਕਿਸਾਨ ਹੀ ਅਸੀਂ ਮਲੇਰਕੋਟਲਾ, ਜਿਹੜਾ ਮਲੇਰਕੋਟਲਾ ਇੱਕ ਏਸ਼ੀਆ ਦੀ ਸਭ ਤੋਂ ਬੜੀ ਮੰਡੀ ਮੰਨੀ ਜਾਂਦੀ ਆ ਸਬਜ਼ੀ ਦਾ। ਜਿਹੜਾ ਮਲੇਰਕੋਟਲਾ ਸਬਜ਼ੀ ਦਾ ਗੜ੍ਹ ਆ ਸਾਡਾ, ਪੂਰੇ ਇੰਡੀਆ ਨੂੰ ਸਪਲਾਈ ਹੁੰਦੀ ਆ ਉੱਥੋਂ ਸਬਜ਼ੀ। ਇਸ ਕਰਕੇ ਸਾਰੇ ਕਿਸਾਨ ਹੀ ਨੇ, ਕਿਸਾਨ ਨਾਲ ਜੁੜੇ ਹੋਏ ਨੇ ਸਾਰੇ ਭਾਈ ਮਲੇਰਕੋਟਲੇ। ਧਰਮਾਂ ਦੀ ਲੜਾਈ ਹੋਣੀ ਵੀ ਨਹੀਂ ਚਾਹੀਦੀ, ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਮੁਸਲਿਮ ਧਰਮ ਦੇ ਨਾਲ ਸਾਰੇ ਧਰਮਾਂ ਦੇ ਨਾਲ ਸੰਬੰਧ ਰੱਖੇ ਸੀ, ਔਰ ਖਾਸ ਤੌਰ ਤੇ ਜਿਹੜੀ ਹਰਮੰਦਰ ਸਾਹਿਬ ਦੀ ਨੀਂਹ ਹੈ ਸਾਈਂ ਮੀਆਂ ਮੀਰ ਨੇ ਰੱਖੀ ਹੈ, ਔਰ ਬਹੁਤ ਸਾਰੇ ਪੀਰ ਪੈਗੰਬਰ ਨੇ ਜਿਨ੍ਹਾਂ ਨੂੰ ਗੁਰੂ ਸਾਹਿਬਾਂ ਨੇ ਸਨਮਾਨ ਦਿੱਤਾ ਹੈ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਔਰ ਅੱਗੇ ਚੱਲਦੇ ਹਾਂ, ਵਧਦੇ ਹਾਂ ਇਸ ਅੰਦੋਲਨ ਦੇ ਵਿੱਚ, ਔਰ ਕੁਝ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਬੈਠੇ ਨੇ ਉਹਨਾਂ ਤੋਂ ਜਾਣਾਂਗੇ ਕਿ ਇਸ ਪਿਆਰ ਮੁਹੱਬਤ ਦੇ ਜਿਹੜੇ ਰਿਸ਼ਤੇ ਨੇ ਇਸ ਅੰਦੋਲਨ ਦੇ ਵਿੱਚ ਕਿਸਾਨੀ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਜਿਹੜਾ ਰੋਸ ਬਣ ਕੇ ਆਏ ਨੇ, ਇਹਨਾਂ ਤੋਂ ਜਾਣਾਂਗੇ। ਬਾਬਾ ਜੀ, ਇੱਥੇ ਮੁਸਲਿਮ ਭਾਈਚਾਰੇ ਦੇ ਲੋਕ ਜਿਹੜੇ ਨੇ ਬਿਰਿਆਨੀ ਵਰਤਾ ਰਹੇ ਨੇ, ਸੇਵੀਆਂ ਵਰਤਾ ਰਹੇ ਨੇ, ਔਰ ਸਿੱਖ ਭਾਈਚਾਰਾ ਤੇ ਇਕੱਠਾ ਹੋਏਗਾ ਹੀ ਹੋਏਗਾ, ਕਿਉਂਕਿ ਕਿਸਾਨੀ ਦਾ ਖਾਸ ਤੌਰ ਤੇ ਸਿੱਖਾਂ ਨਾਲ ਜੁੜਿਆ ਹੋਇਆ ਮਾਮਲਾ ਹੈ। ਤੇ ਮੈਂ ਕੋਈ ਰਾਜਨੀਤਿਕ ਸਵਾਲ ਨਹੀਂ ਕਰਾਂਗੀ, ਮੈਂ ਇਹ ਜਾਣਨਾ ਚਾਹਾਂਗੀ ਕਿ ਸਾਡੇ ਗੁਰੂਆਂ ਨੇ ਸੀਸ ਦੇ ਕੇ ਦਿੱਲੀ ਨੂੰ ਬਚਾਇਆ, ਪਰ ਦਿੱਲੀ ਨੇ ਹਰ ਵਾਰ ਸਾਡੇ ਨਾਲ ਧੋਖਾ ਕੀਤਾ। ਬਾਣੀ ਦਾ ਫੈਸਲਾ ਮਹਾਰਾਜ ਕਹਿੰਦੇ ਜਿਸ ਹੱਥ ਜੋਰ ਕਰ ਵੇਖੇ ਸੋਏ। ਦੇਖੋ, ਸਤਾ ਦਾ ਨਸ਼ਾ ਹੋਣਾ, ਮਾਇਆਧਾਰੀ ਹੋਣਾ, ਪਾਵਰਫੁਲ ਬੰਦੇ ਨੇ ਹੋਣਾ, ਤੇ ਫਿਰ ਉਹ ਜਿਹੜੀ ਆਪਣੀ ਜੋਰ ਜਮਾਈ ਉਹ ਪੁੰਨ ਭੁੱਲ ਜਾਂਦਾ, ਫਿਰ ਉਹ ਪਾਪ ਦੀ ਲਾਈਨ ਤੇ ਤੁਰ ਪੈਂਦਾ ਹੈ। ਤੇ ਗੁਰੂ ਸਾਹਿਬ ਦਾ ਤਾਂ ਫਰਮਾਨ ਹੈ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਤਾਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਅਨੁਸਾਰ ਤਾਂ ਸਾਨੂੰ ਇਸ ਚੀਜ਼ ਦੀ ਲੋੜ ਹੈ, ਇਹਦੇ ਬਿਨਾ ਸਾਡਾ ਜੀਵਨ ਬਸਰ ਨਹੀਂ ਹੋ ਸਕਦਾ। ਸਾਨੂੰ ਭਾਈਚਾਰਕ ਸਾਂਝ ਹੀ ਬਣਾਉਣੀ ਪਏਗੀ, ਤੇ ਭਾਈਚਾਰਕ ਸਾਂਝ ਨਾਲ ਸਾਰਾ ਕੁਝ ਚੱਲਦਾ। ਜੇ ਅੱਜ ਭਾਈਚਾਰਕ ਸਾਂਝ ਟੁੱਟੀ ਹੈ ਤੇ ਵਿਤਕਰੇ ਵਧੇ ਨੇ, ਤੇ ਜੇ ਭਾਈਚਾਰਕ ਸਾਂਝ ਬਣ ਕੇ ਰਵੇ ਤੇ ਕਿਉਂ ਅਸੀਂ ਉੱਚੇ ਨੀਵੇਂ ਹੋਈਏ। ਹੁਣ ਵੀ ਤਾਂ ਅਸੀਂ ਸਾਰੇ ਇੱਕੋ ਭਰਾ ਬੈਠੇ ਹਾਂ ਬਣ ਕੇ, ਸਾਰੇ ਭਰਾ ਵਾਂ। ਜਿਸ ਵਕਤ ਸਾਹਿਬਜ਼ਾਦੇ ਨੀਹਾਂ 'ਚ ਚਣੇ ਗਏ ਸੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਸ ਵਕਤ ਵੀ ਮਲੇਰਕੋਟਲੇ ਨੇ ਹਾਂ ਦਾ ਨਾਰਾ ਮਾਰਿਆ ਸੀ। ਉਹ ਹਾਂ ਦੇ ਨਾਰੇ ਕਰਕੇ ਅੱਜ ਅਸੀਂ ਭਰਾ ਬਣ ਕੇ ਬੈਠੇ ਹਾਂ ਸਾਰੇ। ਤੇ ਸੋ ਇਸ ਤਰ੍ਹਾਂ ਹੈ ਵੀ ਇਹ ਤਾਂ ਗੁਰੂ ਦਾ ਸਿਧਾਂਤ ਹੈ। ਬਾਕੀ ਆ ਵੀ ਖੇਡ ਉਹਦੀ ਹੈ, ਨਾ ਕੋ ਮੂਰਖ ਨਾ ਹੀ ਸਿਆਣਾ, ਸਭ ਕੁਛ ਵਰਤੇ ਬਸ ਤੇਰਾ ਹੀ ਭਾਣਾ। ਇਹ ਤਾਂ ਸਾਰਾ ਭਾਣਾ ਉਹਦਾ ਹੀ ਵਰਤਦਾ ਹੈ। ਜਦੋਂ ਦੇਸ਼ ਦੀਆਂ ਸਰਹੱਦਾਂ ਤੇ ਕੋਈ ਸ਼ਹਾਦਤ ਹੁੰਦੀ ਹੈ ਨਾ, ਤਾਂ ਲੰਬੀ ਲਿਸਟ ਬਣ ਕੇ ਆਉਂਦੀ ਹੈ ਕਿ ਪੰਜਾਬ ਦੇ ਫਲਾਣੇ ਪਿੰਡ ਦਾ ਫਲਾਣਾ ਸਿੰਘ ਸ਼ਹੀਦ ਹੋਇਆ। ਸਿੱਖ ਕੌਮ ਦੇ ਜਿਹੜੇ ਨੇ ਸ਼ਹਾਦਤਾਂ 'ਚ ਵੀ ਸਭ ਤੋਂ ਅੱਗੇ ਰਹੇ ਨੇ, ਤੇ ਇਹ ਸਾਡੀ ਤਰਾਸਦੀ ਰਹੀ ਹੈ ਕਿ ਸਿੱਖ ਕੌਮ ਨੂੰ ਹੀ ਹਰ ਵਾਰ ਨਿਸ਼ਾਨਾ ਬਣਾਇਆ ਜਾਂਦਾ ਹੈ। ਦੇਖੋ, ਜਿਹੜਾ ਅਣਖ ਹੋਵੇ ਜਿਹਦੇ ਵਿੱਚ, ਅਣਖੀ ਨੂੰ ਹੀ ਵੰਗਾਰਿਆ ਜਾਂਦਾ। ਬੇਜ਼ਮੀਰਾ ਤਾਂ ਡੈਡ ਕਰਕੇ ਛੱਡ ਦਈਦਾ। ਬੇਜ਼ਮੀਰਾ ਬੰਦਾ ਜਿਹਦੀ ਜ਼ਮੀਰ ਮਰ ਜਾਏ ਉਹ ਤਾਂ ਇੱਕ ਲੋਥ ਬਣ ਕੇ ਰਹਿ ਜਾਂਦਾ। ਮੇਰੀ ਸੋਚ ਦੇ ਮੁਤਾਬਕ ਇਹ ਵੇ, ਜਿਹੜਾ ਸਾਡਾ ਸਮਾਜ ਵਿੱਚ ਰਿਸ਼ਤਾ ਹੈ, ਜੇ ਧੀਆਂ ਲੈਣੀਆਂ ਤੇ ਦੇਣੀਆਂ ਨੇ, ਸਾਨੂੰ ਅਣਖੀ ਬਣ ਕੇ ਰਹਿਣਾ ਪੈਣਾ। ਜੇ ਜ਼ਮੀਰ ਮਰ ਜਾਏ ਤੇ ਨਾ ਸਾਡੀ ਧੀ ਕਿਸੇ ਨੇ ਲੈਣੀ ਹੈ ਤੇ ਨਾ ਸਾਨੂੰ ਕਿਸੇ ਨੇ ਧੀ ਦੇਣੀ ਹੈ। ਤੇ ਇਹ ਤਾਂ ਸਿਧਾਂਤ ਹੈ ਹਰ ਇੱਕ ਇਸ਼ਟ, ਹਰ ਇੱਕ ਧਰਮ ਦੇ ਵਿੱਚ ਵੀ ਤੁਸੀਂ ਆਪੋ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ ਤੇ ਆਪਣਾ ਜੀਵਨ ਬਸਰ ਕਰੋ, ਬਹੁਤ ਵਧੀਆ ਹੈ। ਇੱਥੇ ਭਾਈਚਾਰਕ ਸਾਂਝ ਦੀ ਜਿਹੜੀ ਮਿਸਾਲ ਹੈ ਵੇਖਣ ਨੂੰ ਮਿਲਦੀ ਹੈ। ਹਰਮੰਦਰ ਸਾਹਿਬ ਦੇ ਵੀ 4 ਦਰਵਾਜ਼ੇ ਗੁਰੂ ਸਾਹਿਬ ਨੇ ਥਾਪੇ ਨੇ, ਚਾਰੇ ਧਰਮਾਂ ਦੇ ਲਈ ਉਹ ਖੁੱਲੇ ਨੇ। ਤੇ ਪਰ ਇਸ ਅੰਦੋਲਨ ਦੇ ਵਿੱਚ ਵੀ ਚਾਰੇ ਧਰਮ ਇਕੱਠੇ ਹੋਏ ਨੇ, ਕਿਸੇ ਵੀ ਜਾਤ ਦੇ ਹੋਣ, ਕਿਸੇ ਵੀ ਵਰਗ ਦੇ ਹੋਣ, ਸਾਰੇ ਕਿਸਾਨਾਂ ਦੇ ਹੱਕ ਦੇ ਵਿੱਚ ਡਟੇ ਹੋਏ ਨੇ। ਪਰ ਸਰਕਾਰ ਨੂੰ ਇਹ ਜਿਹੜਾ ਭਾਈਚਾਰਾ ਹੈ, ਇਹ ਇਕੱਠ ਹੈ ਜਿਹੜਾ, ਇਹ ਮਤਲਬ ਬਰਦਾਸ਼ਤ ਨਹੀਂ ਹੋ ਰਿਹਾ, ਔਰ ਇਸ ਇਕੱਠ ਨੂੰ ਤੋੜਨਾ ਚਾਹੁੰਦੇ ਨੇ ਫਿਰਕੂ ਪ੍ਰਸਤੀ ਦੀ ਰੰਗਤ ਦੇ ਕੇ। ਜੀ, ਤੁਸੀਂ ਦੇਖੋ, ਤੁਸੀਂ ਮੈਨੂੰ ਵੇਖੋ, ਅਸੀਂ ਬੜੇ ਚਿਰ ਦੇ ਲੰਗਰ ਛਕਣ ਦੇ ਲਈ ਸਾਨੂੰ ਬੜੇ ਥਾਵਾਂ ਤੇ ਹੋਕਾ ਦਿੱਤਾ ਗਿਆ ਵੀ ਗੁਰੂ ਕਾ ਲੰਗਰ ਛਕ ਕੇ ਜਾਇਓ। ਪਰ ਜਦੋਂ ਅਸੀਂ ਇੱਥੇ ਆਏ, ਸਾਨੂੰ ਭਾਈਚਾਰਕ ਸਾਂਝ ਦੀ ਵੇਖ ਕੇ ਖੁਸ਼ੀ ਤੇ ਮੈਨੂੰ ਭੁੱਖ ਵੀ ਦੁੱਗਣੀ ਲੱਗ ਗਈ, ਤੇ ਜਿਹੜਾ ਮੈਨੂੰ ਇੱਥੇ ਆਇਆ ਨੂੰ ਰਿਸਪੈਕਟ ਸਤਿਕਾਰ ਮਿਲਿਆ, ਉਦੋਂ ਹੋਰ ਚੌਗਣੀ ਹੋ ਗਈ ਸਾਨੂੰ। ਸੋ ਇਸ ਤਰ੍ਹਾਂ ਵੀ ਇਹ ਜਿਹੜੀ ਸਾਂਝ ਹੈ ਇਹ ਚੱਲਦੀ ਪਿਆਰ ਭਾਵਨਾ ਦੀ ਹੈ। ਪਰ ਇਹ ਜਿਹੜਾ ਸਤਾ ਦਾ ਨਸ਼ਾ ਮੱਥੇ ਨੂੰ ਚੜ੍ਹ ਜਾਏ ਨਾ, ਤੇ ਇਹ ਫਿਰ ਗੁਰੂ ਦੀ ਕਿਰਪਾ ਨਾਲ ਕੋਈ ਪਤਾ ਨਹੀਂ, ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਸਾਡੇ ਤਾਂ ਇਸ਼ਟ ਤੇ ਸਾਡੇ ਧਰਮ ਦੇ ਮੁਤਾਬਕ ਤੇ ਸਾਨੂੰ ਗੁਰੂ ਸਾਹਿਬਾਨਾਂ ਨੇ ਸਿਖਾਇਆ ਹੈ ਕਿ ਤੁਸੀਂ ਭਾਈ ਜ਼ਾਲਮ ਨਾਲ, ਜਿਹੜਾ ਜ਼ੁਲਮੀ ਹੈ ਉਹਦਾ ਜ਼ੁਲਮ ਤੇ ਫਿਰ ਸਿਰ ਦੇ ਕੇ ਹੀ ਰੋਕਿਆ ਜਾਂਦਾ ਹੁੰਦਾ। ਦੇਗ ਤੇਗ ਫਤਿਹ ਦਾ ਸਿਧਾਂਤ ਜਿਹੜਾ ਹੈ ਗੁਰੂ ਸਾਹਿਬਾਨ ਨੇ ਦਿੱਤਾ ਹੈ, ਔਰ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਦੋਂ ਵੀ ਸਿੱਖ ਦੇਗ ਛਕਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਜੋਸ਼ ਹੋਰ ਵੱਧ ਜਾਂਦਾ ਹੈ, ਤੇ ਬੋਲੇ ਸੋ ਨਿਹਾਲ ਦਾ ਜਕਾਰਾ ਜਦੋਂ ਲਗਾਉਂਦੇ ਨੇ ਨਾ, ਫਿਰ ਹਰੇਕ ਚੀਜ਼ ਨੂੰ ਉਹ ਸਰ ਕਰਨ ਦੀ ਹਿੰਮਤ ਰੱਖਦੇ ਨੇ। ਬੋਲੇ ਸੋ ਨਿਹਾਲ ਦਾ ਜਕਾਰਾ ਵੀ ਇਸ ਅੰਦੋਲਨ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਹ ਸਾਨੂੰ ਗੁਰੂ ਸਾਹਿਬ ਨੇ ਇੱਕ ਦਾਤ ਦਿੱਤੀ ਹੋਈ ਹੈ। ਦਾਤ ਦਿੱਤੀ ਕਿ
ਮਹਾਨ ਪਿਤਾ ਦਾ ਸਨਮਾਨ ਜਿਹੜਾ ਮਿਲਿਆ ਸਾਨੂੰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 10 ਗੁਰੂ ਸਾਹਿਬਾਨਾਂ ਨੇ ਜਿਹੜਾ ਜੀਵਨ ਸੀ ਉਹ ਲਾਇਆ ਹੀ ਦੂਜਿਆਂ ਵਾਸਤੇ ਸੀ, ਨਿੱਜੀ ਗੁਰੂ ਸਾਹਿਬ ਦਾ ਜੀਵਨ ਨਹੀਂ ਸੀ। ਉਹਨਾਂ ਨੇ 10 ਗੁਰੂ ਸਾਹਿਬਾਨਾਂ ਦਾ ਜਿਹੜਾ ਜੀਵਨ ਸੀ ਲੋਕਾਈ ਦੀ ਭਲਾਈ ਵਾਸਤੇ ਹੀ ਸੀਗਾ। ਤੇ ਜਦੋਂ ਇਹ ਸਾਨੂੰ ਸਿਖਾਇਆ ਗਿਆ ਹੈ, ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਸ ਮਾਰਗ ਤੇ ਚੱਲਣ ਦਾ ਪਹਿਰਾ ਦਿੱਤਾ ਹੈ, ਤੇ ਫਿਰ ਇਹ ਜਿਹੜੇ ਦੁਨਿਆਵੀ ਪਦਾਰਥ ਹਨ, ਦੁਨਿਆਵੀ ਸੁੱਖ ਸਹੂਲਤਾਂ ਨੇ, ਜੋ ਮਾਇਆ ਦਾ ਸਾਡੇ ਉੱਤੇ ਗਲਵਲਾ, ਇਹ ਜੋ ਕੁਝ ਹੈ ਸਾਡੇ ਉੱਤੇ, ਇਹਨੂੰ ਅਸੀਂ ਨਿਫਲ ਕਰਦੇ ਹਾਂ ਵੀ ਇਹ ਕੁਝ ਵੀ ਨਹੀਂ। ਤੇ ਸਾਡੇ ਸਿੱਖ ਧਰਮ ਵਿੱਚ ਜਿਹੜਾ ਵੀ ਆਪਣੇ ਇਸ਼ਟ ਨਾਲ ਪਰਪੱਕ ਜੁੜਿਆ, ਉਹ ਇਸ ਦੇਹ ਨੂੰ ਫਿਰ ਨਾਸਵੰਦ ਸਮਝਦਾ। ਉਹ ਨਾਸਵਾਦ ਸਮਝਦਾ ਹੋਇਆ ਉਹ ਕਹਿੰਦਾ ਜੇ ਸੱਚ ਦੇ ਉੱਤੇ ਕੁਰਬਾਨ ਅਸੀਂ ਕਿਤੇ ਵੀ ਹੋ ਜਾਈਏ ਤੇ ਇਹ ਸਾਡਾ ਜਿਹੜਾ ਜੀਵਨ ਹੈ ਸਫਲਾ ਮੰਨਿਆ ਜਾਏਗਾ। ਬਾਬਾ ਜੀ, ਪੋਹ ਦੇ ਦਿਨ ਜਿਹੜੇ ਨੇ ਸ਼ੁਰੂ ਹੋਣ ਵਾਲੇ ਨੇ ਔਰ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਸਮੇਤ ਉਹਨਾਂ ਦਾ ਤੋੜ ਵਿਛੋੜਾ ਹੁੰਦਾ ਹੈ। ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਦੀ ਸ਼ਹਾਦਤ ਹੁੰਦੀ ਹੈ ਔਰ ਅੱਜ ਇਹੀ ਦਿਨ ਹੈ ਜਦੋਂ ਇੱਕ ਵਾਰ ਫੇਰ ਤੋਂ ਸਿੱਖ ਕੌਮ ਲਗਾ ਲਓ ਜਾਂ ਕਿਸਾਨ ਜਿਹੜੇ ਨੇ ਫੇਰ ਤੋਂ ਆਪਣੇ ਹੱਕ ਲੈਣ ਦੇ ਲਈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਵੀ ਜਿਹੜੀ ਹੈ ਹੱਕ ਤੇ ਸੱਚ ਦੀ ਲੜਾਈ ਸੀ ਔਰ ਕਿਸਾਨਾਂ ਦੀ ਲੜਾਈ ਵੀ ਹੱਕ ਤੇ ਸੱਚ ਦੀ ਲੜਾਈ ਹੈ। ਕੀ ਲੱਗਦਾ ਤੁਹਾਨੂੰ ਇਸ ਲੜਾਈ ਦਾ ਕਿੱਥੇ ਜਾ ਕੇ ਖਤਮ ਹੋਏਗਾ ਨਤੀਜਾ? ਦੇਖੋ, ਗੁਰੂ ਬਖਸ਼ਿਸ਼ ਕਰੇ ਨਾ ਕੋ ਮੂਰਖ ਨਾ ਹੀ ਸਿਆਣਾ, ਸਭ ਕਿਛ ਵਰਤੇ ਬਸ ਤੇਰਾ ਹੀ ਭਾਣਾ। ਹੋ ਸਕਦਾ ਇਹ ਖੇਡ ਤੇ ਕਲਾ ਗੁਰੂ ਨੇ ਹੀ ਵਰਤਾਈ ਹੋਵੇ ਸਾਰੀ। ਗੁਰੂ ਸਾਹਿਬ ਜਾਣਦੇ ਨੇ, ਕਿਉਂਕਿ ਜਦੋਂ ਅਸੀਂ ਸ੍ਰਿਸ਼ਟੀ ਦਾ ਮਾਲਕ ਕਹਿੰਦੇ ਹਾਂ ਨਿਰੰਕਾਰ ਨੂੰ, ਭਗਵਾਨ ਨੂੰ, ਤੇ ਫਿਰ ਇਹ ਉਹਦੀ ਕਲਾ ਸਾਰੀ ਵਰਤਦੀ ਹੁੰਦੀ ਹੈ। ਇਹ ਵਰਤ ਕੇ ਫਿਰ ਸਮਾਜ ਨੂੰ ਜਿਹੜੀ ਸੇਧ ਦਿੱਤੀ ਜਾਂਦੀ ਹੈ, ਪਰ ਗੁਰੂ ਵਰਤੇਗਾ, ਆਪ ਖੇਡ ਵਰਤਾਏਗਾ। ਇਸ ਸੰਦਾਨ ਤੇ ਇਸ ਕਾਰੋਬਾਰ ਦਾ ਕਿਹੜਾ ਕਿਸੇ ਨੂੰ ਪਤਾ ਸੀ ਵੀ ਆਹ ਵੀ ਸਟੇਜਾਂ ਆਏਗੀ। ਪਰ ਮੈਂ ਸਲੂਟ ਤੇ ਸਲਾਮ ਕਰਦਾ ਜਿਨ੍ਹਾਂ ਨੇ ਇਹ ਚੁਣਿਆ, ਮੈਂ ਸਲਾਮ ਕਰਦਾ ਵੀ ਇੰਨੀ ਗੁਰੂ ਨੇ ਕਿਰਪਾ ਕੀਤੀ। ਉਹ ਸੋਚਦੇ ਹੋਣਗੇ ਅਸੀਂ ਧੱਕਾ ਕੀਤਾ, ਪਰ ਮੈਂ ਇਹਨੂੰ ਗੁਰੂ ਦੀ ਕਿਰਪਾ ਮੰਨਦਾ ਕਿ ਅੱਜ ਅਸੀਂ ਆਪਣੇ ਭਰਾਵਾਂ ਵਿੱਚ ਬੈਠੇ ਹਾਂ। ਸੱਚ ਜਾਣਿਓ, ਮੇਰੇ ਮਨ ਦੇ ਵਿੱਚ ਇੰਨਾ ਭਾਵਨਾ ਬਣੀ ਇਹਨਾਂ ਪ੍ਰਤੀ ਵੀ ਯਾਰ ਅਸੀਂ ਜਦੋਂ ਪੰਜਾਬ ਤੋਂ ਆਏ ਸੀ, ਸਾਨੂੰ ਪੰਜਾਬ ਤੋਂ ਆਉਂਦਿਆਂ ਸਾਨੂੰ ਆਪਣੇ ਮਾਂ ਪਿਓ ਵਾਂਗਰਾਂ ਹੀ ਸਰਕਾਰਾਂ, ਰਾਜੇ ਜਿਹੜੇ ਹੁੰਦੇ ਨੇ ਉਹ ਪ੍ਰਜਾ ਪਾਲਕ ਹੁੰਦੇ ਨੇ, ਤੇ ਜੇ ਅਸੀਂ ਕੋਈ ਦੁੱਖ ਦੱਸਣ ਆ ਰਹੇ ਸੀ ਤੇ ਸਾਡੇ ਲਈ ਸਾਨੂੰ ਹੋਰ ਤਰ੍ਹਾਂ ਦੀ ਰੰਗਤ ਦਿੱਤੀ ਜਾਂਦੀ ਹੈ, ਪਰ ਸਾਡੀ ਹੀ ਸਟੇਟ ਦੇ ਵਿੱਚ ਸਾਨੂੰ ਸਾਡੇ ਘਰੇ ਨਹੀਂ ਆਉਣ ਦਿੱਤਾ ਜਾ ਰਿਹਾ। ਤੇ ਵਧੀਕੀਆਂ ਤਾਂ ਹੈਗੀਆਂ, ਪਰ ਇਹ ਵਧੀਕੀਆਂ ਦਾ ਜਿਉਂ-ਜਿਉਂ ਪਤਾ ਲੱਗਦਾ ਕਿਸੇ ਜ਼ਾਲਮ ਬੰਦੇ ਦਾ ਜ਼ੁਲਮ ਦਾ ਪਤਾ ਲੱਗਦਾ, ਉਹ ਦੂਜੇ ਪਾਸੇ ਰੱਬ ਫਿਰ ਆਪ ਵਰਤਦਾ ਹੈ, ਤੇ ਫਿਰ ਉਹ ਧਰਮ ਦੀ ਦੁਨੀਆ ਵੱਲ ਉੱਧਰ ਧਰਮੀ ਹੁੰਦੇ ਜਾਂਦੇ ਨੇ। ਫਿਰ ਜਿਹੜਾ ਪਾਪ ਦਾ ਕਾਰੋਬਾਰ ਪਾਪ ਦਾ ਹੁੰਦਾ ਹੈ ਉਹ ਆਪੇ ਹੀ ਥੱਲੇ ਆ ਜਾਂਦਾ, ਧਰਮੀ ਬਣ ਕੇ ਫਿਰ ਅਸੀਂ ਸਵਰਗ ਵਰਗਾ ਜੀਵਨ ਬਸਰ ਕਰਾਂਗੇ। ਅਸੀਂ ਦੋ ਧਰਮਾਂ ਦੇ ਭਾਈਚਾਰੇ ਦੀ ਗੱਲ ਕੀਤੀ ਔਰ ਇਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਜੋ ਇੱਥੇ ਸੇਵਾ ਦੇ ਵਿੱਚ ਡਟੇ ਹੋਏ ਨੇ। ਘੱਟ ਗਿਣਤੀਆਂ ਨਾਲ ਹਮੇਸ਼ਾ ਹੀ ਭਾਜਪਾ ਸਰਕਾਰ ਦਾ ਜਿਹੜਾ ਵਿਤਕਰਾ ਰਿਹਾ। ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਜਿਹੜੀ ਹੈ ਲਾਗੂ ਕੀਤੀ ਜਾਂਦੀ ਹੈ, ਖਾਸ ਤੌਰ ਤੇ ਤੁਹਾਡੇ ਜਿਹੜੇ ਵਰਗ ਨੇ ਉਹ ਸ਼ਾਹੀਨ ਬਾਗ ਦੇ ਵਿੱਚ ਧਰਨਾ ਦਿੰਦੇ ਨੇ ਤੇ ਹਾਸਲ ਕੁਝ ਨਹੀਂ ਹੁੰਦਾ। ਪਰ ਅੱਜ ਜਦੋਂ ਕਿਸਾਨੀ ਅੰਦੋਲਨ ਦੀ ਆਵਾਜ਼ ਉੱਠਦੀ ਹੈ ਤੇ ਤੁਸੀਂ ਸਾਥ ਦੇਣ ਆਉਂਦੇ ਹੋ, ਕਿਵੇਂ ਲੱਗਦਾ ਹੁਣ ਤੁਹਾਨੂੰ ਇਸ ਮਾਮਲੇ ਨੂੰ ਕਿਵੇਂ ਦੇਖ? ਨਹੀਂ, ਇਹ ਅਸੀਂ ਇਹਨਾਂ ਦਾ ਸਾਥ ਦੇਣ ਨਹੀਂ, ਕਿਸਾਨਾਂ ਦਾ, ਅਸੀਂ ਖੁਦ ਕਿਸਾਨ ਹਾਂ। ਕਿਉਂਕਿ ਜਿਹੜਾ ਚੱਲਿਆ ਪ੍ਰੋਗਰਾਮ, ਸਾਡੀ ਪਹਿਲੀ ਮੀਟਿੰਗ ਵੀ ਮਲੇਰਕੋਟਲੇ ਦੀ ਸਬਜ਼ੀ ਮੰਡੀ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਨਹੀਂ, ਆਲੇ ਦੁਆਲੇ ਸੂਬਿਆਂ ਦੇ ਵਿੱਚ ਵੀ ਸਬਜ਼ੀ ਸਪਲਾਈ ਕਰਦੀ ਹੈ। ਕਿਸਾਨ ਸਬਜ਼ੀ ਮੰਡੀ ਵਿੱਚੋਂ ਔਰ ਕਿਸਾਨ ਭਾਈਚਾਰੇ ਵਿੱਚੋਂ ਉਹਨਾਂ ਦੇ ਨਾਲ ਹੀ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਸਹਿਯੋਗ ਦੇ ਕੇ ਅਸੀਂ ਇੱਕ ਪ੍ਰੋਗਰਾਮ ਬਣਾ ਕੇ ਚੱਲੇ ਹਾਂ ਵੀ ਸਾਡੀ ਇੱਕ ਡਿਊਟੀ ਬਣਦੀ ਹੈ ਕਿ ਆਪਾਂ ਇਹ ਪ੍ਰੋਗਰਾਮ ਨੂੰ ਕਰੀਏ। ਅਸੀਂ ਉਹ ਪ੍ਰੋਗਰਾਮ ਨੂੰ ਲੈ ਕੇ ਚੱਲ ਕੇ ਪ੍ਰੋਗਰਾਮ ਕਰ ਰਹੇ ਹਾਂ। ਜਿੱਦਾਂ ਤੁਸੀਂ ਕਿਹਾ ਹੈ ਕਿ ਅਸੀਂ ਖੁਦ ਕਿਸਾਨ ਆ ਔਰ ਖੁਦ ਇਸ ਦਰਦ ਨੂੰ ਸਮਝਦੇ, ਔਰ ਬਾਬਾ ਜੀ ਨੇ ਵੀ ਕਿਹਾ ਕਿ ਦੋ ਧਰਮਾਂ ਦਾ ਜਿਹੜਾ ਪਿਆਰ ਹੈ ਉਹ ਬਣਿਆ ਹੋਇਆ ਹੈ, ਪਰ ਇਹ ਪਿਆਰ ਜਿੱਦਾਂ ਮੈਂ ਪਹਿਲਾਂ ਕਿਹਾ ਹੈ ਕਿ ਸਰਕਾਰਾਂ ਨੂੰ, ਸਮੇਂ ਦੇ ਹਾਕਮਾਂ ਨੂੰ ਜਿਹੜਾ ਹੈ ਬਰਦਾਸ਼ਤ ਨਹੀਂ ਹੁੰਦਾ, ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਰੰਗਤ ਦਿੱਤੀ ਜਾ ਰਹੀ ਹੈ, ਧਰਮਾਂ ਦੇ ਨਾਮ ਤੇ ਤੋੜਿਆ ਜਾ ਰਿਹਾ ਹੈ। ਅਜਿਹੀ ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਨਹੀਂ, ਅਸੀਂ ਇਸ ਸਰਕਾਰ ਨੂੰ ਸੁਨੇਹਾ ਇਹੀ ਦਿੰਦੇ ਹਾਂ ਬਈ ਤੂੰ ਤਾਂ ਕੀ, ਤੇਰਾ ਪਿਓ ਵੀ ਆ ਕੇ ਸਾਡੇ ਪਿਆਰ ਨੂੰ ਤੋੜ ਨਹੀਂ ਸਕਦਾ। ਸਾਡਾ ਪਿਆਰ ਸਦੋਂ ਪਿਛਲੇ ਸਾਡੇ ਪੁਰਖਿਆਂ ਤੋਂ ਹੈ ਔਰ ਹਮੇਸ਼ਾ ਚੱਲਦਾ ਰਹੂਗਾ। ਇਹਦੀ ਕੋਈ ਮਿਸਾਲ ਸਾਨੂੰ ਉਹ ਨਿੰਦਣ ਦੀ ਔਕਣ ਦੀ ਨਹੀਂ। ਸਾਡਾ ਤਾਂ ਅਟੱਲ ਫੈਸਲਾ ਹੈ ਵੀ ਸਾਡਾ ਇਹ ਪਿਆਰ ਜਿਉਂਦਾ ਤੂੰ ਹੀ ਰਹਿਣਾ, ਕਿਉਂਕਿ ਅੱਜ ਦਾ ਨਹੀਂ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ, ਗੁਰੂ ਨਾਨਕ ਦੇਵ ਜੀ ਨੇ ਕਿਹਾ ਅੱਬਲ ਅੱਲਾ ਨੂਰ ਪਾਏ, ਕੁਦਰਤ ਦੇ ਸਭ ਬੰਦੇ। ਇਸੇ ਤਰ੍ਹਾਂ ਹੀ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਕਿ ਖੁਦਾ ਦੀ ਕਸਮ ਮੁਸਲਮਾਨ ਨਹੀਂ, ਖੁਦਾ ਦੀ ਕਸਮ ਮੁਸਲਮਾਨ ਨਹੀਂ। 3 ਵਾਰੀ ਕਸਮ ਖਾ ਕੇ ਕਿਹਾ ਵੀ ਉਹ ਮੁਸਲਮਾਨ ਨਹੀਂ ਹੈਗਾ ਜਿਹੜਾ ਖੁਦ ਪੇਟ ਭਰ ਕੇ ਖਾਵੇ, ਉਹਦਾ ਪੜੋਸੀ ਭੁੱਖਾ ਹੋਵੇ। ਉੱਥੇ ਲਫ਼ਜ਼ ਪੜੋਸੀ ਹੈ,
ਨਾ ਕਿ ਹਿੰਦੂ ਸਿੱਖ ਮੁਸਲਮਾਨ ਈਸਾਈ ਕੋਈ ਹੋਰ ਲਫ਼ਜ਼ ਹੈ, ਯਾਨੀ ਕਿ ਕੋਈ ਵੀ ਹੋਵੇ। ਹੁਣ ਪੜੋਸ ਦਾ ਕਿੱਡਾ ਕੁ ਹੱਕ ਹੈ। ਇਸੇ ਤਰ੍ਹਾਂ ਪੜੋਸੀ ਸ਼ਹਿਰ ਹੋ ਗਏ, ਮੁਹੱਲੇ ਹੋ ਗਏ, ਸਮਝੇ। ਪੜੋਸ ਕਿੱਥੇ ਤੱਕ ਹੈ? 40 ਘਰ ਅੱਗੇ, 40 ਪਿੱਛੇ, 40 ਸੱਜੇ, 40 ਖੱਬੇ, ਫਿਰ ਮੁਹੱਲਿਆਂ ਦਾ। ਇਸ ਕਰਕੇ ਵੀ ਇਹ ਸਾਡਾ ਆਪਣਾ ਨਿੱਜੀ ਫਰਜ਼ ਬਣਦਾ ਹੈ ਵੀ ਅਸੀਂ ਖਾਸ ਕਰਕੇ ਫਿਰ ਤਾਂ ਪੰਜਾਬੀਆਂ ਦਾ ਤਾਂ ਖਾਸ ਹੈ ਹੀ। ਮੈਂ ਤਾਂ ਖਾਸ ਕਰਕੇ ਕਹਿਣਾ ਵੀ ਪੰਜਾਬੀਆਂ ਨੂੰ ਇਸ ਮਾਲਿਕ ਦੀ ਕਿਰਪਾ ਹੈ ਵੀ ਪੰਜਾਬੀਆਂ ਨੂੰ ਐ ਨਹੀਂ ਕੀਤਾ, ਐਂ ਕੀਤਾ ਹੈ ਵੀ ਦੇਣ ਵਾਲਾ ਕੀਤਾ ਹੈ, ਲੈਣ ਵਾਲਾ ਨਹੀਂ ਕੀਤਾ, ਮੰਗਣ ਵਾਲਾ ਨਹੀਂ ਕਿਹਾ। ਅਸੀਂ ਇਸੇ ਕਰਕੇ ਸਰਕਾਰਾਂ ਨੂੰ ਕਹਿੰਦੇ ਹਾਂ, ਹਿੰਦੁਸਤਾਨ ਦੀ ਗਵਰਨਮੈਂਟ ਨੂੰ, ਭਾਰਤ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਮਜਬੂਰ ਨਾ ਕਰੇ ਬਈ ਅਸੀਂ ਹੱਕ ਖੋਈਏ ਤੇਰੇ ਕੋਲੋਂ। ਵੀ ਵਧੀਆ ਬਾਤ ਹੈ ਵੀ ਤੂੰ ਅਮਨ ਸ਼ਾਂਤੀ ਦੇ ਵਿੱਚ ਸਾਨੂੰ ਰਹਿਣ ਦੇ, ਸਾਡਾ ਅੰਦਰਲਾ ਜ਼ਮੀਰ ਨਾ ਜਗਾ, ਕਿਉਂਕਿ ਅਸੀਂ ਹੱਕ ਜਿੱਥੇ ਅਸੀਂ ਤੈਨੂੰ ਕੁਰਸੀ ਤੇ ਬਿਠਾਉਣ ਜਾਣਦੇ ਹਾਂ, ਅਸੀਂ ਉੱਥੇ ਤੈਨੂੰ ਕੁਰਸੀ ਤੋਂ ਲਾਉਣ ਵੀ ਜਾਣਦੇ ਹਾਂ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਤੈਨੂੰ ਕੁਰਸੀ ਦੇ ਉੱਤੋਂ ਵੀ ਲਾਵਾਂਗੇ, ਸਮਝ ਗਏ। ਵਧੀਆ ਬਾਤ ਹੈ ਵੀ ਤੂੰ ਇਹ ਜਿਹੜੇ ਅੰਦੋਲਨ ਚੱਲਦੇ ਨੇ, ਅੰਦੋਲਨ ਤਾਂ ਹੀ ਚੱਲਣਗੇ, ਸੰਘਰਸ਼ ਜਿਹੜੇ ਹੁੰਦੇ ਨੇ ਸੰਘਰਸ਼ਾਂ ਦੇ ਵਿੱਚ ਹੀ ਇਨਕਲਾਬ ਆਉਂਦੇ ਨੇ। ਵੀ ਵਧੀਆ ਬਾਤ ਹੈ ਵੀ ਤੂੰ ਪਹਿਲਾਂ ਹੀ ਸਮਝੌਤਾ ਕਰ ਲੈ। ਵਧੀਆ ਬਾਤ ਹੈ ਤੀ ਵੀ ਜਦੋਂ ਇਹ ਬਿੱਲ ਲਿਆਂਦੇ ਗਏ ਤੇ ਉਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਦੀ, ਉਹ ਨਹੀਂ ਕੀਤੀ। ਫਿਰ ਪੰਜਾਬ ਦੇ ਵਿੱਚ 2 ਮਹੀਨੇ ਅਸੀਂ ਅਮਨ ਸ਼ਾਂਤੀ ਦੇ ਨਾਲ ਪ੍ਰੋਗਰਾਮ ਕੀਤੇ, ਉਹਦੇ ਵਿੱਚ ਨਹੀਂ ਕੀਤਾ। ਔਰ ਅਸੀਂ ਹੁਣ ਉਰੇ ਵੀ ਬੈਠੇ ਹਾਂ ਵੀ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਦਿੱਲੀ ਨੂੰ ਕੀ ਉਹਨਾਂ ਦਾ ਰਹਿਣਾ ਹਰਾਮ ਕਰ ਦਿਆਂਗੇ, ਉਹਨਾਂ ਦੇ ਘਰਾਂ ਨੂੰ ਘੇਰਾਂਗੇ, ਉਹਨਾਂ ਦੀ ਮਹਿਲਾਂ ਨੂੰ ਘੇਰਾਂਗੇ ਅਗਰ ਉਹਨਾਂ ਨੇ ਨਾ ਸਾਡੇ ਨਾਲ ਸਮਝੌਤਾ ਕੀਤਾ। ਇਸ ਕਰਕੇ ਵਧੀਆ ਬਾਤ ਹੈ ਵੀ ਛੇਤੀ ਤੋਂ ਛੇਤੀ ਸਮਝੌਤਾ ਕਰ ਲਵੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦਾ ਜਾਨੀ ਜਾਂ ਕਿਸੇ ਦਾ ਮਾਲੀ ਨੁਕਸਾਨ ਹੋਵੇ। ਬਾਬਾ ਜੀ ਮੈਂ 1947 ਨਹੀਂ ਵੇਖਿਆ, ਮੇਰੇ ਦਾਦਾ ਜੀ ਨੇ ਵੇਖਿਆ ਤੇ ਮੇਰੇ ਪਿਤਾ ਜੀ ਨੇ 1984 ਵੇਖਿਆ। ਅੱਜ ਅਸੀਂ 2020 ਵੇਖ ਰਹੇ ਹਾਂ ਤੇ ਕਿਸਾਨ ਅੰਦੋਲਨ, ਅਕਸਰ ਅਸੀਂ ਬਾਤਾਂ ਸੁਣਦੇ ਸੀ ਕਿ ਅੰਦੋਲਨ ਵਿੱਢੇ ਜਾਂਦੇ ਨੇ, ਅੰਦੋਲਨ ਸਾਰ ਕਿਵੇਂ ਕੀਤੇ ਜਾਂਦੇ ਨੇ। ਅੱਜ 2020 ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਨੂੰ ਵੇਖਦੇ ਹਾਂ, ਜਦੋਂ ਇੱਥੇ ਆ ਕੇ ਵਿਚਰਨ ਦਾ ਮੌਕਾ ਮਿਲਿਆ ਤੁਹਾਡੇ ਵਰਗੀਆਂ ਸੰਗਤਾਂ ਦੇ ਨਾਲ, ਤੇ ਮਨ ਦੇ ਵਿੱਚ ਬਹੁਤ ਹੁੰਦਾ ਹੈ ਕਿ ਇਸ ਤਰ੍ਹਾਂ ਲੜਾਈਆਂ ਜਿਹੜੀਆਂ ਨੇ ਉਹ ਸਰ ਕੀਤੀਆਂ ਜਾਂਦੀਆਂ ਸਨ। ਔਰ ਇਸ ਅੰਦੋਲਨ ਦੇ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੈ ਸੁੱਖ ਸਹੂਲਤ ਦੀ ਜੋ ਘਰ ਬੈਠਿਆਂ ਨੂੰ ਨਾ ਮਿਲ ਸਕੇ, ਔਰ ਉਸ ਤੋਂ ਵੀ ਵਧੀਆ ਜਿਹੜਾ ਟ੍ਰੀਟਮੈਂਟ ਇੱਥੇ ਦਿੱਤਾ ਜਾ ਰਿਹਾ ਹੈ। ਪਰ ਇਹ ਟ੍ਰੀਟਮੈਂਟ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਇੰਨੀਆਂ ਸੁੱਖ ਸੁਵਿਧਾਵਾਂ ਨੇ, ਇੰਨੀਆਂ ਸਹੂਲਤਾਂ ਨੇ, ਅੰਦੋਲਨਾਂ ਦੇ ਵਿੱਚ ਜਿਹੜੇ ਲੋਕ ਇੰਨੀਆਂ ਸਹੂਲਤਾਂ ਲੈ ਰਹੇ ਨੇ, ਉਹਨਾਂ ਨੂੰ ਖੇਤੀ ਕਾਨੂੰਨ ਅਪਣਾਉਣ ਦੇ ਵਿੱਚ ਕੀ ਦਿੱਕਤ ਹੈ? ਇਹ ਸਿਰਫ ਗੋਦੀ ਮੀਡੀਆ ਦੀ ਚਾਲ ਹੈ, ਹੋਰ ਕਿਸੇ ਦੀ ਨਹੀਂ ਹੈਗੀ, ਗੋਦੀ ਮੀਡੀਆ ਦੀ ਹੈ। ਉਸ ਤੋਂ ਇਲਾਵਾ ਕੋਈ ਮੀਡੀਆ ਇਸ ਚੀਜ਼ ਨੂੰ, ਜਿਹੜਾ ਸੱਚਾ ਮੀਡੀਆ ਹੋਊਗਾ ਉਹ ਬਿਲਕੁਲ ਨਹੀਂ ਇਸ ਚੀਜ਼ ਨੂੰ ਉਹ ਕਰਦਾ। ਔਰ ਸਾਡੀ ਮਜਬੂਰੀ ਹੈ ਬਾਹਰ ਨਿਕਲਣਾ, ਵਰਨਾ ਸਾਡਾ ਕੋਈ ਸ਼ੌਕ ਨਹੀਂ ਸੀਗਾ ਬਾਹਰ ਨਿਕਲਣਾ। ਸਾਨੂੰ ਮਜਬੂਰ ਕੀਤਾ ਗਿਆ ਸਰਕਾਰਾਂ ਨੇ, ਕਦੇ ਕਿਸੇ ਤਰ੍ਹਾਂ ਕਾਨੂੰਨ ਦੇ। ਅਸਲ ਤਾਂ ਇਹ ਤਾਂ ਹੁਣ ਇੱਕ ਇਸ਼ੂ ਬਣਨਾ ਸੀਗਾ, ਕਿਸਾਨਾਂ ਦਾ ਮੁੱਦਾ ਬਣਨਾ ਸੀ, ਜਦ ਕਿ ਇਹ ਅੱਗ ਤਾਂ ਪਹਿਲੇ ਦਿਨ ਤੋਂ ਚੱਲਦੀ ਸੀ। ਜਦੋਂ ਉਹਨਾਂ ਨੇ ਪਹਿਲੀ ਨੋਟਬੰਦੀ ਲਿਆਂਦੀ, GST ਲਿਆਂਦੀ, ਕਸ਼ਮੀਰ ਦੀ ਧਾਰਾ 370 ਤੋੜੀ, ਟ੍ਰਿਪਲ ਤਲਾਕ, ਬਾਬਰੀ ਮਸਜਿਦ ਦਾ ਮੁੱਦਾ, CA ਦਾ ਮੁੱਦਾ, ਇਹ ਅੱਗ ਸੁਲਗਦੀ ਅੱਜ ਭਾਂਬੜ ਬਣ ਚੁੱਕੀ ਹੈ। ਹੁਣ ਇਸ ਅੱਗ ਨੂੰ ਬੁਝਾਇਆ ਇਸੇ ਬਾਤ ਦੇ ਉੱਤੇ ਜਾ ਸਕਦਾ ਹੈ ਵੀ ਸਰਕਾਰ ਇਸ ਗਲਤੀਆਂ ਨੂੰ ਆਪਣੀਆਂ ਨੂੰ ਦੁਬਾਰਾ ਨਾ ਦੁਹਰਾਵੇ ਔਰ ਆਇੰਦਾ ਵਾਸਤੇ ਤੋਬਾ ਕਰਕੇ ਇਹ ਗਲਤੀਆਂ ਜਿਹੜੀਆਂ ਕਰ ਚੁੱਕੀ ਉਹਨਾਂ ਤੇ ਮਾਫੀ ਮੰਗ ਕੇ ਉਹਨਾਂ ਨੂੰ ਉੱਥੇ ਹੀ ਰੱਦ ਕਰ ਦੇਵੇ ਉਹ ਸਾਰੇ ਸਮਝੌਤਿਆਂ ਨੂੰ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਸਿੰਘੂ ਬਾਰਡਰ ਦੇ ਵਿੱਚ ਅਸੀਂ ਵੱਖ-ਵੱਖ ਰੰਗ ਵੇਖ ਰਹੇ ਹਾਂ, ਵੱਖ-ਵੱਖ ਧਰਮਾਂ ਦੇ ਜਿਹੜੇ ਲੰਗਰ ਨੇ ਉਹ ਵੇਖ ਰਹੇ ਹਾਂ। ਹਾਲਾਂਕਿ ਕੇਂਦਰ ਸਰਕਾਰ ਦੀਆਂ ਪੂਰੀਆਂ ਕੋਸ਼ਿਸ਼ਾਂ ਨੇ ਕਿ ਇਸ ਅੰਦੋਲਨ ਨੂੰ ਹਰੇਕ ਰੰਗਤ ਦੇ ਕੇ ਤੋੜ ਦਿੱਤਾ ਜਾਵੇ, ਪਰ ਇਹ ਨਹੀਂ ਹੋ ਸਕਦਾ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਸਾਂਝੀਵਾਲਤਾ, ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਔਰ ਅਸੀਂ ਸਿੰਘੂ ਬਾਰਡਰ ਤੇ ਮੁਸਲਿਮ ਭਾਈਚਾਰੇ ਵੱਲੋਂ ਲਗਾਏ ਗਏ ਲੰਗਰ ਦੇ ਵਿੱਚ ਆਏ ਔਰ ਇੱਥੇ ਵੇਖਿਆ ਕਿ ਕਿਵੇਂ ਦੋ ਧਰਮਾਂ ਦੇ ਵਿੱਚ ਸੁਮੇਲ ਬਣਿਆ ਹੋਇਆ ਹੈ, ਕਿਵੇਂ ਕਿਸਾਨੀ ਦੇ ਨਾਲ ਮੁਸਲਮਾਨ ਭਾਈਚਾਰਾ ਜਿਹੜਾ ਉਹ ਖੜਾ ਹੈ ਔਰ ਕਹਿੰਦੇ ਨੇ ਕਿ ਜੋ ਮਰਜ਼ੀ ਹੋ ਜਾਵੇ, ਜਿਸ ਤਰ੍ਹਾਂ ਦੀ ਮਰਜ਼ੀ ਜਿਹੜੀ ਸਾਜ਼ਿਸ਼ ਹੈ ਉਹ ਰਚੀ ਜਾਵੇ, ਅਸੀਂ ਕਿਸਾਨਾਂ ਦੇ ਨਾਲ ਹਾਂ ਔਰ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਇੱਥੇ ਡਟੇ ਰਵਾਂਗੇ। ਫਿਰ ਹਾਜ਼ਰ ਹੋਵਾਂਗੇ, ਲਗਾਤਾਰ ਅਪਡੇਟ ਤੁਹਾਨੂੰ ਸਿੰਘੂ ਬਾਰਡਰ ਤੋਂ ਦਿਖਾਉਂਦੇ ਰਵਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।